ਤੇ ਮੈਂ ਮਾੜਾ ਮੋਟਾ ਕੰਮਕਾਰ ਕਰਕੇ ਤੇ ਗੁਜ਼ਾਰਾ ਚਲਾਉਂਦਾ ਹਾਂ। ਤੇ ਹੁਣ 4-5 ਮਹੀਨੇ ਹੋ ਗਿਆ ਜਿਹੜੀ ਮੇਰੀ ਦੋਨਾਂ ਅੱਖਾਂ ਦੀ ਰੋਸ਼ਨੀ ਜਿਹੜੀ ਆ ਖਤਮ ਹੋ ਚੁੱਕੀ ਆ ਤੇ ਹੁਣ ਮੇਰਾ ਬਹੁਤ ਮੁਸ਼ਕਲ ਹੋ ਗਿਆ ਵਾ। ਤੇ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਕਰ ਵੀ ਇੱਥੇ ਕਰਤਾਰਪੁਰ ਕਹਿੰਦੇ ਬਾਬਾ ਪ੍ਰਸ਼ਾਦ ਦਿੰਦਾ ਦਾਰੂ ਦਾ, ਤੇ ਉਹਦੇ ਕੋਲ ਪ੍ਰਸ਼ਾਦ ਲੈ ਕੇ ਪਾ, ਸ਼ਾਇਦ ਤੇਰੀ ਅੱਖਾਂ ਦੀ ਰੋਸ਼ਨੀ ਜਿਹੜੀ ਆ ਪੂਰੀ ਹੋ ਸਕੇ। ਤੇ ਮੈਂ ਉਹ ਦਾਰੂ ਲਿਆ ਕੇ ਪਾਇਆ ਜੀ, 1-2 ਦਿਨ ਦਾਰੂ ਪਾਇਆ ਵਾ ਤੇ ਮੁੜ ਕੇ ਮੇਰੀ ਅੱਖਾਂ ਦੀ ਜਿਹੜੀ ਆ ਰੋਸ਼ਨੀ ਉਹ ਇੱਕ ਅੱਖ ਜਿਹੜੀ ਮੈਂ ਪਾਉਂਦਾ ਰਿਹਾ ਦਾਰੂ ਉਹ 'ਚ ਚਿੱਟਾ ਪੈ ਗਿਆ ਜੀ। ਉਹ ਮੁੜ ਕੇ ਮੈਂ ਡਾਕਟਰ ਨੂੰ ਵਿਖਾਈ ਪਰ ਬਣੀ ਨਹੀਂ, ਤੇ ਡਾਕਟਰ ਨੇ ਇਹ ਗੱਲ ਕਹਿ ਦਿੱਤੀ ਵੀ ਇਹ ਬਣਨੀ ਵੀ ਨਹੀਂ ਗੀ। ਦੂਸਰੀ 4-5 ਮਹੀਨੇ ਹੋ ਗਏ ਜੀ, ਮੇਰੀ ਇੱਕਦਮ ਬਲੱਡ ਵੱਧ ਗਿਆ ਤੇ ਬਲੱਡ ਵਧਣ ਕਾਰਨ ਹੀ 5-7 ਮਿੰਟਾਂ ਦੇ ਵਿੱਚ ਹੀ ਅੱਖ ਜਿਹੜੀ ਆ ਬੰਦ ਹੋ ਗਈ ਜੀ। ਪੀਜੀਆਈ ਜਾਣ ਦੀ ਕੋਸ਼ਿਸ਼ ਇਸ ਤਰ੍ਹਾਂ ਜੀ, ਹੁਣ ਚੰਡੀਗੜ੍ਹ ਜਾਣ ਵਾਸਤੇ ਕੋਈ ਖਰਚਾ ਹੋਵੇ ਤੇ ਤਾਂ ਹੀ ਆ। ਹੁਣ ਤੇ ਆਪਾਂ ਰੋਟੀ ਤੋਂ ਵੀ ਅੱਤ ਰਹੇ ਤੇ ਪੀਜੀਆਈ ਕਿੱਥੋਂ ਚਲੇ ਜਾਵਾਂਗੇ ਜੀ, ਅਸੀਂ ਖਰਚਾ ਹੀ ਹੈ ਨਹੀਂ ਸਾਡੇ ਕੋਲ। ਕੁਛ ਤੇ 2-4 ਘਰ ਪਿੰਡ ਦੇ ਨੇ ਮੇਰੇ ਜਿਹੜੀ ਮੇਰੀ ਮਦਦ ਕਰਦੇ ਨੇ, ਉਹ ਵੀ ਇੰਨੇ ਜ਼ਿਆਦਾ ਧਨਾਟ ਨਹੀਂ ਆ, ਗਰੀਬ ਹੀ ਨੇ, ਪਰ ਚਲੋ ਥੋੜ੍ਹਾ ਬਹੁਤਾ ਉਹਨਾਂ ਦਾ ਕੰਮਕਾਰ ਚੱਲਦਾ ਹੈ। ਅਤੇ ਮੈਨੂੰ ਥੋੜ੍ਹਾ ਬਹੁਤਾ ਰਾਸ਼ਨ ਜਾਂ ਕਿਸੇ ਕੋ ਮੰਗ ਕੇ ਲਿਆ ਦਿੰਦੇ ਨੇ ਜਾਂ ਆਪ ਲਿਆ ਦਿੰਦੇ ਨੇ, ਮੈਨੂੰ ਕੋਈ ਪਤਾ ਨਹੀਂ ਜੀ। ਮਨ ਦੇ ਵਿੱਚ ਤੇ ਕਈ ਵਾਰਾਂ ਠੇਸ ਪਹੁੰਚਦੀ ਆ ਵੀ ਪਰਮਾਤਮਾ ਤੁਹਾਨੂੰ ਮੰਨਣ ਵਾਲੇ ਆ, ਪਰ ਤੁਹਾਡੀ ਬਾਣੀ ਪੜ੍ਹਨ ਵਾਲਿਆਂ ਨੂੰ ਵੀ ਤੁਹਾਡੇ ਚਲੋ ਮਹਾਰਾਜ ਦੀ ਬਾਣੀ ਪੜ੍ਹਨ ਵਾਲਿਆਂ ਦੇ ਵੀ ਇਸ ਤਰ੍ਹਾਂ ਹੋਵੇ ਤੇ ਬੜਾ ਮੁਸ਼ਕਿਲ ਜਿਹਾ ਸੌਦਾ ਹੁੰਦਾ। ਵੈਸੇ ਤੇ ਮੈਂ ਇਹ ਚਾਹੁੰਦਾ ਹਾਂ ਕਿ ਮੈਂ ਆਪਣੀ ਮਾਂ ਦੀ ਆਪ ਸੇਵਾ ਕਰਾਂ, ਪਰ ਭਰੇ ਮਨ ਦੇ ਨਾਲ ਇਹ ਕਹਿਣਾ ਪੈ ਗਿਆ ਵੀ ਅੱਜ ਮਾਂ ਨੂੰ ਮੇਰੀ ਸੇਵਾ ਕਰਨੀ ਪੈ ਗਈ। ਕਈ ਵਾਰ ਨਹੀਂ ਕੁਝ ਕਿਸੇ ਵੇਲੇ ਪ੍ਰਸ਼ਾਦਾ ਪਾਣੀ ਨਹੀਂ ਮਿਲਦਾ, ਨਹੀਂ ਸੌਦਾ ਪੱਤਾ ਹੁੰਦਾ ਤੇ ਚੁੱਪ ਕਰਕੇ ਚਾਰਨਾ ਵੀ ਖਾ ਲਈਦੀਆਂ ਨੇ, ਕਿਸੇ ਵੇਲੇ ਲੂਣ ਨਾਲ ਵੀ ਖਾ ਲਈਦੀਆਂ ਨੇ, ਕਿਸੇ ਵੇਲੇ ਨਹੀਂ ਵੀ ਖਾਈਦੀਆਂ ਜੇ ਕਿਤੇ ਬਾਈ ਚਾਂਸ ਕੋਈ ਨਾ ਪ੍ਰਸ਼ਾਦਾ ਪਾਣੀ ਘਰ ਹੋਵੇ। ਪੈਸੇ ਦੀ ਕਮਜ਼ੋਰੀ ਕਾਰਨ ਸਾਨੂੰ ਬਿੱਲ ਜਿਹੜਾ ਆਉਂਦਾ ਰਿਹਾ ਆ ਸਾਡਾ ਜਮ੍ਹਾਂ ਆਉਂਦਾ ਰਿਹਾ ਵਾ। ਇਸ ਵੇਲੇ 19-20 ਹਜ਼ਾਰ ਰੁਪਈਏ ਦੇ ਕਰੀਬ ਸਾਡਾ ਜਿਹੜਾ ਬਿੱਲ ਆ ਉਹ ਜਮ੍ਹਾਂ ਹੈ। ਤੇ ਹੁਣ ਜਿਨ੍ਹਾਂ ਨੂੰ ਵੋਟਾਂ ਅਸੀਂ ਪਾਈਆਂ ਨੇ ਉਹਨਾਂ ਨੇ ਸਾਨੂੰ ਸੌਦਾ ਪਤਾ ਤੇ ਕੀ ਲਿਆ ਕੇ ਦੇਣਾ, ਸਾਡਾ ਬਿੱਲ ਤੇ ਕੀ ਮਾफ़ ਕਰਾਉਣਾ ਆ। ਸਾਡੇ ਨਾਲ ਬੋਲ ਚਾਲ ਤੋਂ ਵੀ ਖਤਮ ਹੋ ਗਏ ਨੇ, ਸਾਡੇ ਲਾਗੇ ਵੀ ਨਹੀਂ ਲੱਗਦੇ ਜੀ। ਮੈਨੂੰ ਕੋਈ ਕਾਹੇ ਚੀਜ਼ ਦੀ ਲੋੜ ਨਹੀਂ, ਮੇਰੀਆਂ ਅੱਖਾਂ ਬਣਨੀਆਂ ਚਾਹੀਦੀਆਂ ਨੇ। ਮੈਂ ਅੱਖਾਂ ਆਪਣੀਆਂ ਜਿਹੜੀਆਂ ਆਪਣੀਆਂ ਅੱਖਾਂ ਨਾਲ ਜੱਗ ਵੇਖ ਸਕਾਂ ਤੇ ਆਪਣੇ ਪਰਿਵਾਰ ਨੂੰ ਕਮਾ ਕੇ ਖਵਾ ਸਕਾਂ। बड़ा दुख वा जी, सानू ते बहुत ज़्यादा दुख वा। जदों बईदा है होई चुनीदा वा, महाराज इनू रोशनी दे, अपनी कमाई करे। पंजाबी लोक चैनल देख रहे सारे दर्शकों का जी मैं एक बार फिर तो हरजीत गरेवाल स्वागत करता हाँ। ਅਸੀਂ ਅੱਜ ਪਹੁੰਚੇ ਅਜਨਾਲੇ ਦੇ ਪਿੰਡ ਨਾਨਕਪੁਰਾ ਥੇ ਵਿੱਚ ਅਤੇ ਤੁਹਾਨੂੰ ਮਿਲਾਉਂਦੇ ਇੱਕ ਜੇ ਗੁਰਸਿੱਖ ਪਰਿਵਾਰ ਦੇ ਨਾਲ ਜਿਹੜਾ ਕਿ ਮੰਦਹਾੜੀ ਅਤੇ ਗਰੀਬੀ ਜਿਹੜੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਅਤੇ ਉਸ ਜਿਹੜੇ ਨੌਜਵਾਨ ਜਿਹੜਾ ਕਿ ਸਤਨਾਮ ਸਿੰਘ ਆ, ਘਰ ਦਾ ਜਿਹੜਾ ਮੁਖੀ ਆ ਮੇਨ, ਉਸ ਦੀ ਜਿਹੜੀ ਅੱਖਾਂ ਦੀ ਜਿਹੜੀ ਆ ਰੋਸ਼ਨੀ ਜਲ ਗਈ ਆ। ਅਤੇ ਗੱਲਬਾਤ ਕਰਾਂਗੇ ਸਤਨਾਮ ਸਿੰਘ ਸਾਡੇ ਨਾਲ ਆ। ਸਤਨਾਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਜੀ, ਇਹ ਦੱਸੋ ਮੈਨੂੰ ਵੀ ਤੁਹਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਕਿੰਨਾ ਸਮਾਂ ਹੋ ਗਿਆ ਗਏ ਨੂੰ? ਅੱਖਾਂ ਦੀ ਰੋਸ਼ਨੀ ਜੀ ਪਹਿਲੋਂ ਮੇਰੀ ਇੱਕ ਅੱਖ ਬੰਦ ਸੀ ਤੇ 4-5 ਸਾਲ ਹੋ ਗਏ ਆ ਜਿਹੜੀ ਵੀ ਇੱਕ ਅੱਖ ਬੰਦ ਸੀ ਤੇ ਇੱਕ ਮੇਰੀ ਅੱਖ ਉਹ 'ਚੋਂ ਵੀ ਥੋੜ੍ਹਾ ਘੱਟ ਦੇਦਾ ਸੀ ਤੇ ਮੈਂ ਮਾੜਾ ਮੋਟਾ ਕੰਮਕਾਰ ਕਰਕੇ ਤੇ ਗੁਜ਼ਾਰਾ ਚਲਾਉਂਦਾ ਹਾਂ। ਤੇ ਹੁਣ 4-5 ਮਹੀਨੇ ਹੋ ਗਏ ਆ ਜਿਹੜੀ ਮੇਰੀ ਦੋਨਾਂ ਅੱਖਾਂ ਦੀ ਰੋਸ਼ਨੀ ਜਿਹੜੀ ਆ ਖਤਮ ਹੋ ਚੁੱਕੀ ਆ ਤੇ ਹੁਣ ਮੇਰਾ ਬਹੁਤ ਮੁਸ਼ਕਿਲ ਹੋ ਗਿਆ ਵਾ, ਗੁਜ਼ਾਰਾ ਨਹੀਂ ਚੱਲਦਾ ਜੀ, ਰੋਟੀ ਪਾਣੀ ਦਾ ਬੜਾ ਮੁਸ਼ਕਿਲ ਹੋ ਗਿਆ ਵਾ। ਮੈਨੂੰ ਦੱਸੋ ਸਤਨਾਮ ਸਿੰਘ ਜੀ, ਜਿਹੜੀ ਤੁਹਾਡੀ ਅੱਖਾਂ ਦੀ ਜਿਹੜੀ ਪਹਿਲੀ ਰੋਸ਼ਨੀ ਸੀ ਜਿਹੜੀ ਇੱਕ ਅੱਖ ਦੀ, ਉਹ ਕਿਸ ਤਰ੍ਹਾਂ ਗਈ ਆ ਤੇ ਕਿੰਨਾ ਸਮਾਂ ਹੋ ਗਿਆ ਇਹਨੂੰ? ਉਹ ਜੀ 4-5 ਸਾਲ ਹੋ ਗਿਆ ਜੀ। ਤੇ ਪਹਿਲਾਂ ਮੈਨੂੰ ਘੱਟ ਦਿਖਦਾ ਹੁੰਦਾ ਸੀ ਜਮਾਂਦਰੂ ਤੋਂ ਹੀ, ਤੇ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਕਰ ਵੀ ਇੱਥੇ ਕਰਤਾਰਪੁਰ ਕਹਿੰਦੇ ਬਾਬਾ ਪ੍ਰਸ਼ਾਦ ਦਿੰਦਾ ਦਾਰੂ ਦਾ, ਤੇ ਉਹਦੇ ਕੋਲ ਪ੍ਰਸ਼ਾਦ ਲੈ ਕੇ ਪਾ, ਸ਼ਾਇਦ ਤੇਰੀ ਅੱਖਾਂ ਦੀ ਰੋਸ਼ਨੀ ਜਿਹੜੀ ਆ ਪੂਰੀ ਹੋ ਸਕੇ। ਤੇ ਮੈਂ ਉਹ ਦਾਰੂ ਲਿਆ ਕੇ ਪਾਇਆ ਜੀ,
ਇੱਕ ਦੋ ਦਿਨ दारू ਪਾਇਆ ਵਾ ਹੂੰ। ਤੇ ਮੁੜ ਕੇ ਮੇਰੀ ਅੱਖਾਂ ਦੀ ਜਿਹੜੀ ਆ ਰੋਸ਼ਨੀ ਆ, ਉਹ ਇੱਕ ਅੱਖ ਜਿਹੜੀ 'ਚ ਮੈਂ ਪਾਉਂਦਾ ਰਿਹਾ दारू ਹੂੰ। ਉਹ 'ਚ ਚਿੱਟਾ ਪੈ ਗਿਆ ਜੀ। ਉਹ ਮੁੜ ਕੇ ਮੈਂ ਡਾਕਟਰ ਨੂੰ ਵਿਖਾਈ ਪਰ ਬਣੀ ਨਹੀਂ, ਹੂੰ। ਤੇ ਡਾਕਟਰ ਨੇ ਇਹ ਗੱਲ ਕਹਿਤੀ ਵੀ ਇਹ ਬਣਨੀ ਵੀ ਨਹੀਂ ਗੀ, ਹੂੰ। ਤੇ ਤੁਸੀਂ ਇਸ ਤਰ੍ਹਾਂ ਹੀ ਬਾਬਾ ਜੀ ਜੋ ਵੀ ਤੁਹਾਡਾ ਕੰਮਕਾਰ ਆ ਇਸ ਤਰ੍ਹਾਂ ਹੀ ਇੱਕ ਅੱਖ ਨਾਲ ਹੀ ਤੁਹਾਨੂੰ ਕਰਨਾ ਪਵੇਗਾ। ਹੂੰ। ਤੇ ਫਿਰ ਮੇਰਾ ਇੱਕ ਅੱਖ ਨਾਲ ਹੀ ਚਲੋ ਮਾੜਾ ਮੋਟਾ ਗੁਜ਼ਾਰਾ, ਜਿਹੜਾ ਪ੍ਰੇਮ ਵਾਲੇ ਮਿਸਤਰੀ ਹੂੰ। ਮੈਨੂੰ ਖੜਦੇ ਰਹੇ, ਜਾਂ ਮੈਂ ਕੋਈ ਥੋੜ੍ਹਾ ਬਹੁਤਾ ਭਜਨ ਮੰਦਗੀ ਕਰਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿੰਨੀ ਕੁ ਬਖਸ਼ਿਸ਼ ਕੀਤੀ, ਹੂੰ। ਤੇ ਮੈਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਜਾਂ ਕਿਤੇ ਵੀ ਪ੍ਰਭਾਤ ਫੇਰੀ ਹੋਣੀ ਮੈਨੂੰ ਲੈ ਜਾਣਾ, ਹੂੰ। ਤੇ ਮੈਂ ਆਪਣਾ ਭਜਨ ਬੰਦਗੀ ਕਰਕੇ ਥੋੜ੍ਹਾ ਬਹੁਤਾ ਉੱਥੋਂ ਲਿਆ ਕੇ ਤੇ ਬੱਚਿਆਂ ਨੂੰ ਛਕਾਉਣਾ। ਹੂੰ। ਹੁਣ ਮੇਰੀ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਹੈ ਤੇ ਹੁਣ ਮੈਂ ਕਿਤੇ ਵੀ ਨਹੀਂ ਜਾ ਸਕਦਾ ਜੀ। ਪਰ ਮੈਨੂੰ ਇਹ ਦੱਸੋ ਬਾਬਾ ਜੀ, ਜਿਹੜੀ ਤੁਸੀਂ ਦੱਸ ਰਹੇ ਹੋ ਵੀ ਤੁਹਾਡੀ ਪਹਿਲੋਂ ਇੱਕ ਅੱਖ ਦੀ ਜਿਹੜੀ ਲਾਈਟ ਗਈ ਆ, ਜਿਹੜੀ ਰੋਸ਼ਨੀ, ਉਸ ਤੋਂ ਬਾਅਦ ਦੂਸਰੀ ਚਲ ਗਈ ਆ, ਦੂਸਰੀ ਕਦੋਂ ਗਈ ਤੁਹਾਡੀ? ਦੂਸਰੀ 4-5 ਮਹੀਨੇ ਹੋ ਗਏ ਜੀ। ਹੂੰ। ਮੇਰੀ ਇੱਕਦਮ ਬਲੱਡ ਵੱਧ ਗਿਆ, ਹੂੰ। ਤੇ ਬਲੱਡ ਵਧਣ ਕਾਰਨ ਹੀ 5-7 ਮਿੰਟਾਂ ਦੇ ਵਿੱਚ ਹੀ ਅੱਖ ਜਿਹੜੀ ਆ ਬੰਦ ਹੋ ਗਈ ਜੀ। ਪਰ ਮੈਨੂੰ ਇਸ ਹੁਣ ਬਿਲਕੁਲ ਤੁਹਾਨੂੰ ਜਿਹੜਾ ਬਿਲਕੁਲ ਦਿਖਾਈ ਨਹੀਂ ਦੇ ਰਿਹਾ? ਹਾਂਜੀ, ਬਿਲਕੁਲ ਵੀ ਨਹੀਂ ਦਿਖਾਈ ਦੇ ਰਿਹਾ ਜੀ। ਬਸ ਇਹ ਜਿਤਨਾ 100 ਚੋਂ 1% ਮੰਨ ਲਓ ਵੀ ਪਤਾ ਲੱਗ ਜਾਂਦਾ ਹੂੰ। ਵੀ ਜਾਂ ਧੁੱਪ ਛਾਂ ਦਾ ਪਰਛਾਵਾਂ ਧੁੱਪ ਛਾਂ ਦਾ ਪਰਛਾਵਾਂ ਆ ਜਾਂਦਾ ਬਸ, ਤੇ ਇਹੋ ਹੀ ਮੈਨੂੰ ਪਤਾ ਲੱਗਦਾ, ਹੋਰ ਕੁਛ ਨਹੀਂ ਵੀ ਨਹੀਂ ਪਤਾ ਲੱਗਦਾ ਮੈਨੂੰ। ਤੇ ਮੈਨੂੰ ਦੱਸੋ ਸਤਨਾਮ ਸਿੰਘ ਜੀ, ਜਦੋਂ ਤੁਹਾਡੀ ਅੱਖ ਦੀ ਜਿਹੜੀ ਰੋਸ਼ਨੀ ਗਈ ਸੀ, ਤੁਸੀਂ ਕੋਈ ਡਾਕਟਰ, ਬੜੇ ਬੜੇ ਹਸਪਤਾਲ ਬੜੇ ਖੁੱਲ੍ਹੇ ਨੇ, ਬੜੇ ਵੱਡੇ ਡਾਕਟਰ ਨੇ ਜਿਹੜੇ ਇਲਾਜ ਕਰਦੇ ਨੇ, ਤੁਸੀਂ ਡਾਕਟਰਾਂ ਨੂੰ ਜਾਂ ਕਿਸੇ ਉੱਥੇ ਕੋਈ ਵਧੀਆ ਜਿਹੜੇ ਅੱਖਾਂ ਦੇ ਸਪੈਸ਼ਲਿਸਟ ਹਸਪਤਾਲ ਕਦੇ ਇਲਾਜ ਨਹੀਂ ਕਰਾਇਆ ਜਾ ਕੇ? ਹਾਂਜੀ, ਕਰਵਾਇਆ, ਉੱਥੇ ਵਿਖਾਇਆ ਸੀ ਜੀ। ਕਿੱਥੇ? ਸਾਡੇ ਪਿੰਡ ਦੇ ਸਾਬਕਾ ਸਰਪੰਚ ਸੁੱਚਾ ਸਿੰਘ ਨੇ ਮੈਨੂੰ ਨਾਲ ਖੜਿਆ ਸੀ, ਹੂੰ। ਤੇ ਅਸੀਂ ਮਜੀਠਾ ਰੋਡ ਸਰਕਾਰੀ ਹਸਪੀਟਲ ਵੀ ਵਿਖਾਇਆ ਸੀ ਜੀ। ਹੂੰ। ਉਹਨਾਂ ਨੇ ਵੀ ਜਵਾਬ ਦੇ ਦਿੱਤਾ ਸੀ, ਹੂੰ। ਤੇ ਕੀ ਕਹਿੰਦੇ ਕੀ? ਉਹ ਇਹ ਗੱਲ ਆਂਦੇ ਸੀ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ PGI ਚੰਡੀਗੜ੍ਹ ਜਾਓ, ਹੂੰ। ਤੇ ਉਹੀ ਤੁਹਾਡਾ ਅੱਖਾਂ ਦਾ ਇਲਾਜ ਕਰਨਗੇ। ਹੂੰ। ਤੇ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਮੈਨੂੰ ਕੋਈ ਖਰਚਾ ਪੱਠਾ ਦੱਸੋ ਕਿੰਨਾ ਕੁ ਲੱਗੇਗਾ, ਤੇ ਕਹਿੰਦੇ ਉਹੀ ਡਾਕਟਰ ਹੀ ਦੱਸਣਗੇ। ਹੂੰ। ਉਸ ਤੋਂ ਬਾਅਦ ਫਿਰ ਹੋਰ ਇੱਕ ਅੰਮ੍ਰਿਤਸਰੀ ਹਸਪੀਟਲ ਹੈ, ਡਿਵੀਜ਼ਨ ਹਸਪੀਟਲ, ਜੀ ਜੀ। ਹੂੰ। ਤੇ ਉੱਥੇ ਵੀ ਖੜਿਆ ਸੀ ਮੈਨੂੰ ਇਹਨਾਂ ਸੁੱਚਾ ਸਿੰਘ ਹੁਣਾਂ ਨੇ, ਸਰਪੰਚ ਸਾਹਿਬ ਹੁਣਾਂ ਨੇ। ਹੂੰ। ਤੇ ਉੱਥੋਂ ਵੀ ਉਹਨਾਂ ਵੀ ਇਹੋ ਗੱਲ ਕਹੀ ਵੀ ਇੱਥੋਂ ਅੱਖ ਤੇਰੀ ਨਹੀਂ ਬਣਨੀ, ਸਾਡੇ ਕੋਲ ਕੋਈ ਤੇਰਾ ਸਾਧਨ ਨਹੀਂ, ਤੇ ਤੂੰ PGI ਜਾਂ ਹੋਰ ਕਿਤੇ ਤੂੰ ਆਪਣਾ ਵਿਖਾਲ ਕੇ ਤੇ ਅੱਖ ਬਣਵਾ ਸਕਦਾ ਜੀ। ਮੈਨੂੰ ਇਸ ਸਤਨਾਮ ਸਿੰਘ ਜੀ, ਜਿਵੇਂ ਡਾਕਟਰ ਕਹਿ ਰਹੇ ਨੇ ਵੀ PGI ਜਿਹੜਾ ਇਲਾਜ ਕਰਾਉਣਾ ਚਾਹੀਦਾ ਵਾ, ਤੇ ਡਾਕਟਰ ਦੱਸਿਆ ਵੀ ਜੇਕਰ PGI ਇਲਾਜ ਕਰਾਉਂਦੇ ਆ ਤਾਂ ਤੁਹਾਡੀ ਜਿਹੜੀ ਅੱਖਾਂ ਦੀ ਜਿਹੜੀ ਰੋਸ਼ਨੀ ਆ ਉਹ ਵਾਪਸ ਆ ਸਕਦੀ ਆ? ਨਹੀਂ ਜੀ, ਉਹ ਇਹਨਾਂ ਨੇ ਇਹ ਗੱਲ ਕਹੀ ਆ ਕਿ ਤੁਹਾਨੂੰ ਉਹ ਡਾਕਟਰ ਹੀ ਜਿਹੜੇ PGI ਵਾਲੇ ਉਹੀ ਦੱਸਣਗੇ ਵੀ ਅੱਖਾਂ ਦੀ ਰੋਸ਼ਨੀ ਦੀ ਇਲਾਜ ਹੋ ਸਕਦਾ ਜਾਂ ਨਹੀਂ ਹੋ ਸਕਦਾ। ਤੇ ਕੋਸ਼ਿਸ਼ ਨਹੀਂ ਕੀਤੀ PGI ਜਾਣ ਦੀ ਕਦੀ? PGI ਜਾਣ ਦੀ ਕੋਸ਼ਿਸ਼ ਇਸ ਤਰ੍ਹਾਂ ਜੀ, ਹੁਣ ਚੰਡੀਗੜ੍ਹ ਜਾਣ ਵਾਸਤੇ ਕੋਈ ਖਰਚਾ ਹੋਵੇ ਤੇ ਤਾਂ ਹੀ ਆ। ਹੁਣ ਤੇ ਆਪਾਂ ਰੋਟੀ ਤੋਂ ਵੀ ਅੱਤ ਰਹੇ ਹਾਂ, ਤੇ PGI ਕਿੱਥੋਂ ਚਲੇ ਜਾਵਾਂਗੇ ਜੀ, ਅਸੀਂ ਖਰਚਾ ਹੀ ਹੈ ਨਹੀਂ ਸਾਡੇ ਕੋਲ। ਤੇ ਅਸੀਂ ਦੇਖ ਰਹੇ ਸਤਨਾਮ ਸਿੰਘ ਜੀ, ਤੁਹਾਡੀ ਜਿਹੜੀ ਆ ਜੀਵਨ ਸਾਥੀ ਆ, ਉਹ ਵੀ ਜਿਹੜੀ ਠੀਕ ਨਹੀਂ ਹੈਗੀ, ਉਹਨਾਂ ਨੂੰ ਹੋਇਆ ਕੀ ਉਹਨਾਂ ਨੂੰ? ਉਹਨਾਂ ਨੂੰ ਜੀ ਸ਼ੁਰੂ ਤੋਂ ਹੀ ਇੱਕ ਤੇ ਪੋਲੀਆ ਸੀ। ਹੂੰ। ਇਹਨਾਂ ਸੱਸ ਸਹੁਰੇ ਮੇਰੇ ਨੇ ਦੱਸਿਆ ਸੀ ਕਿ ਇਹਨਾਂ ਨੂੰ ਸ਼ੁਰੂ ਤੋਂ ਹੀ ਪੋਲੀਆ ਵਾ, ਤੇ ਸ਼ੁਰੂ ਤੋਂ ਹੀ ਇਹਨਾਂ ਦੀ ਜ਼ੁਬਾਨ ਵੀ ਰੱਬ ਜਾਣੇ ਜਾਂ ਤੇ ਪੋਲੀਏ ਨਾਲ ਇਸ ਤਰ੍ਹਾਂ ਹੋਈ, ਹੂੰ। ਗੂੰਗੀ ਆ, ਹੂੰ। ਬੋਲ ਨਹੀਂ ਸਕਦੀ ਉਹ, ਜਾਂ ਉਹਦਾ ਕੀ ਪ੍ਰਮਾਤਮਾ ਜਾਣੇ ਕਿਵੇਂ ਹੋਇਆ ਇਹ, ਤੇ ਬਚਪਨ ਤੋਂ ਹੀ ਉਹਨੂੰ ਰੋਗ ਆ ਜੀ। ਤੇ ਮੈਨੂੰ ਇਸ ਸਤਨਾਮ ਸਿੰਘ ਜੀ, ਅਸੀਂ ਦੇਖ ਰਹੇ ਹਾਂ ਵੀ ਪਰਿਵਾਰ ਦੇ ਜਿਹੜੇ ਹਾਲਾਤ ਕਾਫੀ ਮਾੜੇ ਨੇ, ਕਿਉਂਕਿ ਤੁਸੀਂ ਘਰ ਦੇ ਮੇਨ ਮੁਖੀਆ ਜੀ, ਘਰ 'ਚ ਜਿਹੜਾ ਤੁਸੀਂ ਕੰਮ ਕਰਕੇ ਲਿਆਓਗੇ ਤੇ ਘਰੇ ਜਿਹੜਾ ਰੋਟੀ ਪਾਣੀ ਜਿਹੜਾ ਪਕਣਾ ਵਾ, ਪ੍ਰਸ਼ਾਦਾ ਜਿਹੜਾ, ਹਾਂਜੀ ਠੀਕ ਹੈ ਨਾ? ਤੇ ਮੈਨੂੰ ਇਹ ਦੱਸੋ ਵੀ ਹੁਣ ਜਿਹੜਾ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਵਾ, ਤੁਸੀਂ ਕਿਸ ਤਰ੍ਹਾਂ ਜਿਹੜਾ ਘਰ ਦਾ ਗੁਜ਼ਾਰਾ ਚਲਾ ਰਹੇ ਹੋ? ਹੁਣ ਜੀ ਇਸ ਤਰ੍ਹਾਂ ਗੁਜ਼ਾਰਾ ਚੱਲਦਾ ਏ। ਕੁਛ ਤੇ 2-4 ਘਰ ਪਿੰਡ ਦੇ ਨੇ ਮੇਰੇ, ਜਿਹੜੀ ਮੇਰੀ ਮਦਦ ਕਰਦੇ ਨੇ। ਉਹ ਵੀ ਇੰਨੇ ਜ਼ਿਆਦਾ ਧਨਾਟ ਨਹੀਂ ਆ, ਗਰੀਬ ਹੀ ਨੇ, ਪਰ ਚਲੋ ਥੋੜ੍ਹਾ ਬਹੁਤਾ ਉਹਨਾਂ ਦਾ ਕੰਮਕਾਰ ਚੱਲਦਾ ਹੈ, ਤੇ ਮੈਨੂੰ ਥੋੜ੍ਹਾ ਬਹੁਤਾ ਰਾਸ਼ਨ ਜਾਂ ਕਿਸੇ ਕੋ ਮੰਗ ਕੇ ਲਿਆ ਦਿੰਦੇ ਨੇ ਜਾਂ ਆਪ ਲਿਆ ਦਿੰਦੇ ਨੇ, ਮੈਨੂੰ ਕੋਈ ਪਤਾ ਨਹੀਂ ਜੀ। ਜਾਂ ਇੱਕ ਮਹੀਨੇ ਵਾਰੀ ਮੈਨੂੰ ਅਜਨਾਲੇ ਦੀ ਸੰਸਥਾ ਭਾਈ ਅਨੋਖ ਸਿੰਘ ਜੀ ਨੇ, ਉਹ ਮਹੀਨੇ ਵਾਰੀ ਰਾਸ਼ਨ ਦਿੰਦੇ ਨੇ, ਤੇ ਉਹਦੇ ਨਾਲ ਮੈਂ ਗੁਜ਼ਾਰਾ ਕਰਦਾ। ਮੇਰਾ ਰੋਟੀ ਪਾਣੀ ਦਾ ਗੁਜ਼ਾਰਾ, ਜਿਹੜਾ ਸੌਦੇ ਪੱਤੇ ਦਾ ਗੁਜ਼ਾਰਾ, ਉਹ ਭਾਈ ਅਨੋਖ ਸਿੰਘ ਜੀ ਚਲਾਉਂਦੇ ਨੇ। ਮੈਨੂੰ ਵੀ ਪਤਾ ਲੱਗਾ ਵੀ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਸ਼ਬਦ ਵਗੈਰਾ ਪੜ੍ਹਦੇ ਜੇ, ਤੇ ਉੱਥੋਂ ਵੀ ਤੁਹਾਨੂੰ ਜਿਹੜਾ ਕੋਈ ਥੋੜ੍ਹਾ ਬਹੁਤਾ ਜੋ ਮਾਨ ਸਨਮਾਨ ਹੁੰਦਾ ਉਹ ਵੀ ਦਿੰਦੇ ਨੇ, ਤੇ ਸਾਡੇ ਦਰਸ਼ਕਾਂ ਨੂੰ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ, ਕੋਈ ਸ਼ਬਦ ਜਿਹੜਾ ਸਾਨੂੰ ਸੁਣਾਓਗੇ ਤੁਸੀਂ ਵੀ? ਹਾਂਜੀ ਹਾਂਜੀ, ਕੋਈ ਸੁਣਾ ਦਿਆਂਗੇ ਜੀ, ਕੋਈ ਵੀ ਸੁਣਾ ਦਈਏ ਜੀ। ਹਾਂਜੀ ਹਾਂਜੀ। ਮਨ ਮੁਖ ਤੇ ਸਿੰਬਲ ਰੁਖ ਦੋਵੇਂ, ਖਾਲੀ ਚੱਲੇ ਨਾਮ ਤੋਂ ਬਿਨਾ। ਮਨ ਮੁਖ ਤੇ ਸਿੰਬਲ ਰੁਖ ਦੋਵੇਂ, ਖਾਲੀ ਚੱਲੇ ਨਾਮ ਤੋਂ ਬਿਨਾ। ਸਿੰਬਲ ਰੁਖ ਸਰਾਏ ਰਾ, ਸਿੰਬਲ ਰੁਖ ਸਰਾਏ ਰਾ, ਅਤ ਦੀਰ ਤੇ ਅਤ ਮੋਚ, ਖਾਲੀ ਚੱਲੇ ਨਾਮ ਤੋਂ ਬਿਨਾ। ਮਨ ਮੁਖ ਤੇ ਸਿੰਬਲ ਰੁਖ ਦੋਵੇਂ,
ਖਾਲੀ ਚੱਲੇ ਨਾਮ ਤੋਂ ਬਿਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਜੀ, ਤੁਸੀਂ ਗੁਰੂ ਵਾਲੇ ਜੇ ਗੁਰੂ ਦੇ ਬਾਣਾ ਤੁਸੀਂ ਪਾਇਆ ਹੋਇਆ ਵਾ ਤੇ ਰੋਜ਼ ਨਿਤਨੇਮ ਕਰਦੇ ਹੋ। ਕਦੀ ਮਨ 'ਚ ਦੁੱਖ ਵੀ ਹੁੰਦਾ, ਕਦੀ ਰੱਬ ਨਾਲ ਕਦੀ ਗੁੱਸਾ ਗਿਲਾ ਵੀ ਕਰਦੇ, ਜਾਂ ਕਦੀ ਸ਼ਿਕਾਇਤ ਵੀ ਹੁੰਦੀ ਵੀ ਇਹ ਰੱਬਾ ਇੰਨਾ ਮੈਂ ਪਾਠ ਪੂਜਾ ਕਰਦਾ ਵਾਂ ਤੇ ਤੁਸੀਂ ਜਿਹੜਾ ਮੈਨੂੰ ਅੱਜ ਜਿਹੜੇ ਅੱਖਾਂ ਤੋਂ ਜਿਹੜੀ ਰੋਸ਼ਨੀ ਤੋਂ ਵਾਂਝਾ ਕਰ ਦਿੱਤਾ ਵਾ, ਕਿਉਂਕਿ ਘਰ 'ਚ ਮੇਨ ਬੰਦੇ ਜੇ ਤੁਸੀਂ ਮੁਖੀ ਹਜੇ ਕਰਦੇ ਤੇ ਤੁਹਾਡੇ ਜਿੱਥੋਂ ਤੁਹਾਡੇ ਬਗੈਰ ਜਿਹੜਾ ਵਾ ਘਰ ਦੇ ਜਿਹੜੀ ਗੱਡੀ ਚਲਾਉਣੀ ਬੜੀ ਔਖੀ ਹੋ ਜਾਂਦੀ ਆ। ਕਦੀ ਰੱਬ ਨਾਲ ਨਾਰਾਜ਼ਗੀ ਹੁੰਦੀ? ਕਦੀ ਵੇਖੋ ਜੀ, ਮਨ ਦੇ ਵਿੱਚ ਤੇ ਕਈ ਵਾਰਾਂ ਠੇਸ ਪਹੁੰਚਦੀ ਆ ਵੀ ਪਰਮਾਤਮਾ ਤੁਹਾਨੂੰ ਮੰਨਣ ਵਾਲੇ ਆ, ਪਰ ਤੁਹਾਡੀ ਬਾਣੀ ਪੜ੍ਹਨ ਵਾਲਿਆਂ ਨੂੰ ਵੀ ਤੁਹਾਡੇ ਚਲੋ ਮਹਾਰਾਜ ਦੀ ਬਾਣੀ ਪੜ੍ਹਨ ਵਾਲਿਆਂ ਦੇ ਵੀ ਇਸ ਤਰ੍ਹਾਂ ਹੋਵੇ ਤੇ ਬੜਾ ਮੁਸ਼ਕਿਲ ਜਿਹਾ ਸੌਦਾ ਹੁੰਦਾ। ਪਰ ਚਲੋ ਫਿਰ ਵੀ ਪ੍ਰਮਾਤਮਾ ਦਾ ਸ਼ੁਕਰ ਕਰੀਦਾ, ਕਿਉਂਕਿ ਜੇ ਆਪ ਤੋਂ ਥੱਲੇ ਵੱਲ ਨਜ਼ਰ ਮਾਰੀਏ ਤੇ ਸਾਡੇ ਤੋਂ ਵੀ ਕਈ ਥੱਲੇ ਨੇ ਜਿਨ੍ਹਾਂ ਕੋਲੋਂ ਲੱਤਾਂ ਤੋਂ ਚੱਲਿਆ ਵੀ ਨਹੀਂ ਜਾਂਦਾ, ਹੱਥਾਂ 'ਤੇ ਚੱਲ ਕੇ ਗੁਜ਼ਾਰਾ ਕਰਦੇ ਨੇ। ਪ੍ਰਸ਼ਾਦਾ ਪਾਣੀ ਫਿਰ ਇਹ ਵੀ ਸੋਚੀਦਾ ਵੀ ਰੱਬ ਉਹਨਾਂ ਨੂੰ ਵੀ ਦਿੰਦਾ ਹੀ ਆ, ਤੇ ਇਸ ਕਰਕੇ ਫਿਰ ਮਨ ਨੂੰ ਸ਼ਾਂਤੀ ਜੀ ਆ ਜਾਂਦੀ ਹੈ ਜਦੋਂ ਆਪ ਤੋਂ ਥੱਲੇ ਵੱਲ ਵੇਖੀਦਾ। ਬਸ ਇਹੋ ਹੀ ਕਹਿ ਕੇ ਗੁਜ਼ਾਰਾ ਕਰ ਲਈਦਾ ਬਸ ਜੀ। ਬਿਲਕੁਲ ਜੀ। ਪਰ ਬੜਾ ਮਨ 'ਚ ਵਿਚਾਰ ਆਉਂਦਾ, ਕਿਉਂਕਿ ਸਤਨਾਮ ਸਿੰਘ ਜੀ ਤੁਸੀਂ ਇੰਨਾ ਰੱਬ ਦਾ ਪਾਠ ਕਰਦੇ ਹੋ, ਇੰਨੀਆਂ ਸ਼ਬਦ ਬੋਲਦੇ ਗੁਰਦੁਆਰਾ ਸਾਹਿਬ 'ਚ ਜਿਹੜਾ ਡੇਲੀ ਜਾਂਦੇ ਜੇ, ਠੀਕ ਹੈ ਨਾ। ਜੇ ਤੁਹਾਡੇ ਵਰਗਾ ਬੰਦੇ ਦਾ ਇਹ ਹਾਲ ਹੁੰਦਾ, ਕਿਉਂਕਿ ਸਾਡੇ ਵਰਗੇ ਤੇ ਜਿਹੜੇ ਕਦੀ ਨਾਸਤਿਕ ਬੰਦੇ ਕਹਿ ਸਕਦੇ ਆ ਵੀ ਜਿਹੜਾ ਇੱਥੇ ਅਸੀਂ ਗੁਰਸਿੱਖ ਵੀ ਪੂਰੇ ਹੈ ਨਹੀਂ ਆ ਤੇ ਸਾਡਾ ਕੀ ਬਣੂਗਾ, ਕਿਉਂਕਿ ਜੇ ਤੁਸੀਂ ਇਹਨਾਂ ਨਿਤਨੇਮ ਬਾਣੀਆਂ ਕਰਦੇ ਜੇ, ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਵਾ। ਤੇ ਇਹ ਦੱਸੋ ਵੀ ਮਾਤਾ ਜੀ ਕੀ ਕਰਦੇ ਨੇ, ਜਾਂ ਮਾਤਾ ਜੀ ਦੇ ਹਾਲਾਤ ਕਿੰਨੇ ਨੇ? ਮਾਤਾ ਜੀ ਇਸ ਤਰ੍ਹਾਂ ਹੀ ਆ ਜੀ, ਮੇਰੇ ਮਾਤਾ ਜੀ 1 ਮਹੀਨਾ ਹੋ ਗਿਆ ਖੰਘ ਲੱਗੀ ਨੂੰ, ਤੇ ਪੈਸੇ ਦੁੱਖੋਂ ਦਵਾਈ ਨਹੀਂ ਆ ਸਕੀ। ਵੈਸੇ ਤੇ ਮੈਂ ਇਹ ਚਾਹੁੰਦਾ ਹਾਂ ਕਿ ਮੈਂ ਆਪਣੀ ਮਾਂ ਦੀ ਆਪ ਸੇਵਾ ਕਰਾਂ, ਪਰ ਭਰੇ ਮਨ ਦੇ ਨਾਲ ਇਹ ਕਹਿਣਾ ਪੈ ਗਿਆ ਵੀ ਅੱਜ ਮਾਂ ਨੂੰ ਮੇਰੀ ਸੇਵਾ ਕਰਨੀ ਪੈ ਗਈ। ਵੈਸੇ ਤੇ ਪੁੱਤ ਸੇਵਾ ਕਰਦੇ ਨੇ ਮਾਪਿਆਂ ਦੀ, ਪਰ ਅੱਜ ਮੇਰੇ ਮਾਪਿਆਂ ਨੂੰ ਮੇਰੀ ਸੇਵਾ ਕਰਨੀ ਪੈ ਗਈ ਕਿ ਮੇਰੀ ਘਰ ਵਾਲੀ ਆ ਉਹ ਵੀ ਹੈਂਡੀਕੈਪ ਹੈ, ਨਾ ਤੇ ਉਹ ਕੋਈ ਚੱਲ ਸਕਦੀ ਆ, ਨਾ ਕੋਈ ਕੰਮ ਕਰ ਸਕਦੀ ਆ, ਨਾ ਬੋਲ ਸਕਦੀ ਆ। ਤੇ ਮੇਰੀ ਚਲੋ ਥੋੜ੍ਹੀ ਬਹੁਤੀ ਕਮਾਈ ਸੀ, ਕੰਮਕਾਰ ਸੀ ਮਾੜਾ ਚੰਗਾ, ਪਰ ਚਲੋ ਉਹ ਵੀ ਰੋਸ਼ਨੀ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਉਹਨਾਂ ਨੂੰ ਭਾਇਆ ਉਹ ਹੋਇਆ। ਮੇਰੀ ਰੋਸ਼ਨੀ ਚਲੇ ਗਈ ਤੇ ਮੈਂ ਵੀ ਕੰਮਕਾਰ ਤੋਂ ਬਹਿ ਗਿਆ, ਤੇ ਇਸ ਵੇਲੇ ਮਾਤਾ ਹੀ ਸਾਡਾ ਸਹਾਰਾ ਏ। ਮਾਤਾ ਜੀ ਸਾਨੂੰ ਬਾਹਰ ਅੰਦਰ ਮੈਨੂੰ ਖੜਦੇ ਨੇ, ਜਾਂ ਜਿੱਥੇ ਵੀ ਕਿਤੇ ਖੜਨਾ ਉੱਥੇ ਖੜਦੇ ਨੇ ਜੀ। ਬਿਲਕੁਲ ਤੁਸੀਂ ਸੱਚ ਕਿਹਾ ਸਤਨਾਮ ਸਿੰਘ ਜੀ, ਕਿਉਂਕਿ ਜਦੋਂ ਬੱਚੇ ਹੁੰਦੇ ਨੇ ਵੱਡੇ ਤੇ ਮਨ 'ਚ ਬੜੀਆਂ ਅਰਦਾਸਾਂ ਹੁੰਦੀਆਂ ਵੀ ਅਸੀਂ ਆਪਣੇ ਮਾਂ-ਬਾਪ ਨੂੰ ਸੁੱਖ ਦਈਏ, ਠੀਕ ਹੈ ਨਾ, ਉਹਨਾਂ ਦਾ ਜਿਹੜਾ ਬੁਢਾਪਾ ਚੰਗਾ ਹੋ ਸਕੇ। ਪਰ ਪਰਮਾਤਮਾ ਨੇ ਤੁਹਾਡੇ ਨਾਲ ਕੀ ਪਾਣਾ ਵਰਤਿਆ ਵੀ ਜਿਹੜਾ ਤੁਸੀਂ ਅੱਜ ਜਿਹੜਾ ਇਸ ਤਰ੍ਹਾਂ ਜਿਹੜੀਆਂ ਮਾਂ-ਬਾਪ ਦੀ ਸੇਵਾ ਨਹੀਂ ਕਰ ਸਕੇ? ਕਿੰਨਾ ਕੁ ਮਨ 'ਚ ਦੁੱਖ ਹੁੰਦਾ ਚੀਜ਼ ਨਾਲ? ਇਸ ਮਨ ਦੇ ਵਿੱਚ ਦੁੱਖ ਤੇ ਵੇਖੋ ਜੀ ਕਾਫੀ ਹੁੰਦਾ ਵੀ ਕਿ ਜਾਂ ਬੱਚਿਆਂ ਨੇ ਸੇਵਾ ਕਰਨੀ ਹੁੰਦੀ ਆ ਮਾਪਿਆਂ ਦੀ। ਮੇਰੀ ਮਾਤਾ ਦੀ ਬੈਠ ਕੇ ਉਮਰ ਹੀ ਖਾਣ ਦੀ, ਪਰ ਅੱਜ ਮੇਰੀ ਮਾਂ ਜਿਹੜੀ ਆ ਬੈਠ ਕੇ ਨਹੀਂ ਖਾ ਸਕਦੀ, ਸਾਨੂੰ ਰੋਟੀ ਪਕਾ ਕੇ ਦਿੰਦੀ ਆ ਮਾੜੀ ਚੰਗੀ। ਜੇ ਕੋਈ ਦੇ ਜਾਂਦਾ ਤੇ ਖਾ ਲੈਂਦੇ ਆ, ਕਈ ਵਾਰ ਨਹੀਂ ਕੋਈ ਦੇ, ਕਿਸੇ ਵੇਲੇ ਪ੍ਰਸ਼ਾਦਾ ਪਾਣੀ ਨਹੀਂ ਮਿਲਦਾ, ਨਹੀਂ ਸੌਦਾ ਪਤਾ ਹੁੰਦਾ ਤੇ ਚੁੱਪ ਕਰਕੇ ਚਾਰ ਨਾਲ ਵੀ ਖਾ ਲਈਦੀਆਂ ਨੇ, ਕਿਸੇ ਵੇਲੇ ਲੂਣ ਨਾਲ ਵੀ ਖਾ ਲਈਦੀਆਂ ਨੇ, ਕਿਸੇ ਵੇਲੇ ਨਹੀਂ ਵੀ ਖਾਈਦੀਆਂ ਜੇ ਕਿਤੇ ਬਾਈ ਚਾਂਸ ਕੋਈ ਨਾ ਪ੍ਰਸ਼ਾਦਾ ਪਾਣੀ ਘਰ ਹੋਵੇ। ਪਰ ਮੈਨੂੰ ਸਤਨਾਮ ਸਿੰਘ ਜੀ, ਸਰਕਾਰਾਂ ਨੇ ਬਹੁਤ ਦਾਅਵੇ ਕਰਦੀਆਂ ਨੇ ਵੀ ਅਸੀਂ ਗਰੀਬਾਂ ਦੇ ਨਾਲ ਆ, ਗਰੀਬਾਂ ਦੇ ਹਮਦਰਦ ਆ, ਅਸੀਂ ਗਰੀਬਾਂ ਵਾਸਤੇ ਬਹੁਤ ਕੁਝ ਕਰ ਰਹੇ ਹਾਂ, ਠੀਕ ਹੈ ਨਾ। ਤੇ ਤੁਹਾਡੇ ਅਸੀਂ ਦੇਖ ਰਹੇ ਹਾਂ ਵੀ ਬਾਲੇ ਜਿਹੜੇ ਆ ਛੱਤਾਂ ਪਈਆਂ ਨੇ, ਸਰਕਾਰ ਤਾਂ ਕਹਿ ਰਹੀ ਵੀ ਅਸੀਂ ਕੱਚੇ ਕੋਠੇ ਨੂੰ ਛੱਡ ਕੇ ਪੱਕੇ ਕੋਠੇ ਕਰਕੇ ਦਿੱਤੇ ਜਾ ਰਹੇ ਲੋਕਾਂ ਨੂੰ। ਲੋਕਾਂ ਦੇ ਜਿਹੜੇ ਆ ਬਿੱਲ ਮਾਫ ਕੀਤੀਆਂ ਨੇ। ਮੈਨੂੰ ਵੀ ਪਤਾ ਲੱਗਾ ਵੀ ਤੁਹਾਡਾ ਜਿਹੜਾ ਬਿੱਲ ਆ 19,000 ਰੁਪਇਆ ਆਇਆ ਵਾ, ਸਰਕਾਰ ਨੇ ਤੁਹਾਨੂੰ ਤੁਹਾਡਾ ਬਿੱਲ ਨਹੀਂ ਮਾਫ ਕੀਤਾ? ਨਹੀਂ ਜੀ, ਸਾਡਾ ਕੋਈ ਬਿੱਲ ਨਹੀਂ ਮਾਫ ਹੋਇਆ ਜੀ। ਪੈਸੇ ਦੀ ਕਮਜ਼ੋਰੀ ਕਾਰਨ ਸਾਨੂੰ ਬਿੱਲ ਜਿਹੜਾ ਆਉਂਦਾ ਰਿਹਾ ਆ ਸਾਡਾ ਜਮ੍ਹਾਂ ਹੁੰਦਾ ਰਿਹਾ ਵਾ। ਇਸ ਵੇਲੇ 19-20 ਹਜ਼ਾਰ ਰੁਪਈਏ ਦੇ ਕਰੀਬ ਸਾਡਾ ਜਿਹੜਾ ਬਿੱਲ ਆ ਉਹ ਜਮ੍ਹਾਂ, ਅਤੇ ਨਾ ਕਿਸੇ ਨੇ ਸਾਡਾ ਪੰਚ ਸਰਪੰਚ ਨੇ ਕਰਵਾਇਆ ਹੀ ਆ ਮਾਫ, ਕਿਉਂਕਿ ਵੋਟਾਂ ਲੈ ਕੇ ਤੇ ਸਾਈਡ 'ਤੇ ਹੋ ਜਾਂਦੇ ਨੇ। ਪਹਿਲੋਂ ਵੋਟਾਂ ਤੋਂ ਬੜੇ ਬੜੇ ਦਾਅਵੇ ਕਰਦੇ ਨੇ ਜੀ ਤੁਹਾਡਾ ਬਿੱਲ ਮਾਫ ਕਰਾ ਦਿਆਂਗੇ, ਤੁਹਾਡਾ ਬਿੱਲ ਤਾਰ ਦਿਆਂਗੇ, ਤੁਹਾਡੀ ਕੰਧ ਕਰਾ ਦਿਆਂਗੇ, ਆ ਕਰਾਂਗੇ ਜਿਉਂ ਕਰਾਂਗੇ, ਮੁੜ ਕੇ ਕੋਈ ਵੀ ਸਾਡੇ ਲਾਗੇ ਨਹੀਂ ਲੱਗਦਾ। ਅਤੇ ਹੁਣ ਜਿਨ੍ਹਾਂ ਨੂੰ ਵੋਟਾਂ ਅਸੀਂ ਪਾਈਆਂ ਨੇ ਉਹਨਾਂ ਨੇ ਸਾਨੂੰ ਸੌਦਾ ਪਤਾ ਤੇ ਕੀ ਲਿਆ ਕੇ ਦੇਣਾ ਸਾਡਾ ਬਿੱਲ, ਤੇ ਕੀ ਮਾਫ ਕਰਾਉਣਾ ਆ। ਸਾਡੇ ਨਾਲ ਬੋਲ ਚਾਲ ਤੋਂ ਵੀ ਖਤਮ ਹੋ ਗਏ ਨੇ, ਸਾਡੇ ਲਾਗੇ ਵੀ ਨਹੀਂ ਲੱਗਦੇ ਜੀ। ਪਰ ਮੈਨੂੰ ਦੱਸੋ ਵੀ ਜਿਵੇਂ ਸਰਕਾਰ ਕਹਿ ਰਹੀ ਹੈ ਵੀ ਅਸੀਂ ਲੋਕਾਂ ਨੂੰ ਜਿਹੜਾ ਵਾ 2 ਰੁਪਏ ਵਾਲੀ ਕਿਹੜੀ ਕਣਕ ਦੇ ਰਹੇ ਹਾਂ, ਰਾਸ਼ਨ ਦੇ ਰਹੇ ਹਾਂ, ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸਹੂਲਤ ਮਿਲ ਰਹੀ ਹੈ? ਹਾਂਜੀ, ਇਹ 2 ਰੁਪਏ ਕਿਲੋ ਵਾਲੀ ਜਿਹੜੀ ਹੈ ਸਾਨੂੰ 3 ਜੀਆਂ ਨੂੰ ਰਾਸ਼ਨ ਮਿਲਦਾ ਜੀ। 6 ਮਹੀਨਿਆਂ ਬਾਅਦ ਆਉਂਦਾ ਜੀ, ਅਤੇ 3 ਤੋੜੇ 30-30 ਕਿਲੋ ਦੇ ਸਾਨੂੰ ਜਿਹੜੇ ਮਿਲਦੇ ਨੇ। ਅਤੇ 6 ਮਹੀਨਿਆਂ ਬਾਅਦ ਜੇ 3 ਤੋੜੇ ਮਿਲੇ 30-30 ਕਿਲੋ ਅਤੇ 90 ਕਿਲੋ ਬਣੀ, ਅਤੇ 6 ਮਹੀਨਿਆਂ ਨਾਲ 90 ਕਿਲੋ ਨਾਲ 6 ਮਹੀਨੇ ਥੋੜ੍ਹਾ ਲੰਘ ਜਾਣੇ ਜੀ। ਬਿਲਕੁਲ ਜੀ।
ਤੇ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋ, ਸਰਕਾਰਾਂ, ਕਿਉਂਕਿ ਸਾਡੇ ਜਿਹੜੇ NRI ਵੀਰ ਨੇ ਬਹੁਤ ਤੁਹਾਡੀ ਜਿਹੜੀ ਆ ਦੇਖ ਰਹੇ ਨੇ, ਕਿਉਂਕਿ ਤੁਸੀਂ ਗੁਰਸਿੱਖ ਪਰਿਵਾਰ ਜੇ ਸ਼ਬਦ ਬਾਣੀ ਤੁਸੀਂ ਪਾਠ ਕਰਦੇ ਜੇ, ਠੀਕ ਹੈ ਨਾ, ਪਰ ਫਿਰ ਵੀ ਗੁਰੂ ਦੇ ਭਾਣੇ ਵਿੱਚ ਰਹਿ ਰਹੇ ਹੋ, ਜਿੰਨਾ ਮਰਜ਼ੀ ਤਾਂ ਦੁੱਖ ਤਕਲੀਫ ਆ, ਕੀ ਇਹ ਬੇਨਤੀ ਕੀ ਕਰਦੇ ਹੋ ਸਾਰਿਆਂ ਨੂੰ ਤੁਸੀਂ? ਮੈਂ ਬੇਨਤੀ ਇਹੋ ਹੀ ਹੱਥ ਜੋੜ ਕੇ ਕਰਦਾ ਜੀ ਕਿ ਮੇਰੀਆਂ ਅੱਖਾਂ ਬਣਨੀਆਂ ਚਾਹੀਦੀਆਂ ਨੇ, ਹੋਰ ਮੈਨੂੰ ਕੋਈ ਪੈਸੇ ਦੀ ਲੋੜ ਨਹੀਂ, ਮੈਨੂੰ ਕੋਈ ਕਾਹੇ ਚੀਜ਼ ਦੀ ਲੋੜ ਨਹੀਂ, ਮੇਰੀਆਂ ਅੱਖਾਂ ਬਣਨੀਆਂ ਚਾਹੀਦੀਆਂ ਨੇ। ਮੈਂ ਅੱਖਾਂ ਆਪਣੀਆਂ ਜਿਹੜੀਆਂ ਆਪਣੀਆਂ ਅੱਖਾਂ ਨਾਲ ਜੱਗ ਵੇਖ ਸਕਾਂ ਤੇ ਆਪਣੇ ਪਰਿਵਾਰ ਨੂੰ ਕਮਾ ਕੇ ਖਵਾ ਸਕਾਂ ਤੇ ਆਪਣੀ ਮਾਤਾ ਨੂੰ ਮੈਂ ਮੰਜੇ ਤੇ ਬਿਠਾ ਕੇ ਖਵਾਵਾਂ। ਮੇਰੇ ਮਨ ਦੇ ਵਿੱਚ ਇਹੋ ਹੀ ਸ਼ੌਂਕ ਹੈ ਜੀ, ਹੋਰ ਕੋਈ ਸ਼ੌਂਕ ਨਹੀਂ ਹੈ। ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇਹ ਜਿਹੜਾ ਗੁਰਸਿੱਖ ਪਰਿਵਾਰ ਆ, ਇਹ ਜਿਹੜਾ ਭਾਈ ਸਤਨਾਮ ਸਿੰਘ ਕਿਸ ਤਰ੍ਹਾਂ ਜਿਹੜਾ ਅੱਜ ਮੰਦਹਾਲੀ ਦੀ ਜਿਹੜੀ ਜ਼ਿੰਦਗੀ ਬਤੀਤ ਕਰ ਰਿਹਾ ਵਾ, ਕਿਉਂਕਿ ਇਹਨਾਂ ਜਿਹੜਾ ਨਿਤਨੇਮ ਤੇ ਜਿਹੜੀਆਂ ਬਾਣੀਆਂ ਦਾ ਪਾਠ ਕਰਨ ਵਾਲਾ ਇਸ ਜਿਹੜਾ ਗੁਰਸਿੱਖ ਸਤਨਾਮ ਸਿੰਘ, ਪਰ ਕਿਤੇ ਕਿਤੇ ਹਜੇ ਵੀ ਜਿਹੜੇ ਹੌਸਲੇ ਬੁਲੰਦ ਨੇ, ਹਜੇ ਵੀ ਇਹ ਕਹਿ ਰਿਹਾ ਵੀ ਜੇਕਰ ਮੇਰੇ ਅੱਖਾਂ ਦੀ ਰੋਸ਼ਨੀ ਆਉਂਦੀ ਹੈ ਤੇ ਅੱਜ ਵੀ ਮੈਂ ਆਪਣੇ ਪਰਿਵਾਰ ਦੀ ਜਿਹੜੀ ਹੈ ਮਾਤਾ ਦੀ ਜਿਹੜੀ ਸੇਵਾ ਕਰ ਸਕਾਂ, ਠੀਕ ਹੈ। ਤੇ ਹੁਣ ਗੱਲਬਾਤ ਕਰਾਂਗੇ ਇਸ ਮਾਤਾ ਜੀ ਨਾਲ ਵੀ, ਪੁੱਛਦੇ ਉਹਨਾਂ ਨਾਲ ਵੀ ਉਹ ਕੀ ਕਹਿਣਾ ਹੁੰਦਾ। ਮਾਤਾ ਜੀ, ਅਸੀਂ ਦੇਖ ਰਹੇ ਹਾਂ ਘਰ ਦੇ ਹਾਲਾਤ ਬੜੇ ਮਾੜੇ ਨੇ, ਜਿਹੜੇ ਘਰ 'ਚ ਕਮਾਉਣ ਵਾਲਾ ਸੀ, ਜਿਹੜਾ ਕਹਿ ਸਕਦੇ ਕਮਾਊ ਪੁੱਤ ਆ, ਅੱਜ ਜਿਹੜਾ ਉਹ ਬਾਜ਼ਾਰ ਤੋਂ ਹੋ ਕੇ ਬਹਿ ਗਿਆ, ਅੱਖਾਂ ਦੀ ਰੋਸ਼ਨੀ ਚਲ ਗਈ ਆ। ਮਾਂ ਵਾਸਤੇ ਬੜਾ ਦੁੱਖ ਦੀ ਗੱਲ ਆ, ਕਿਉਂਕਿ ਇਸ ਸਮਾਂ ਹੁੰਦਾ ਜਿਹੜਾ ਵੀ ਬੁਢਾਪੇ ਵੇਲੇ ਜਿਹੜੀ ਆ ਸੁੱਖ ਦੇਣ ਦੀ ਵਾਰੀ, ਕੀ ਕਹਿਣਾ ਚਾਹੋਗੇ? ਹਾਂਜੀ, ਸਤਿ ਸ਼੍ਰੀ ਅਕਾਲ। ਬੜੀ ਤੰਗੀ ਆ ਹਰ ਇੱਕ ਚੀਜ਼ ਦੀ। ਨੋ ਮੇਰੀ ਉਹ ਕੰਮ ਨਹੀਂ ਕਰ ਸਕਦੀ, ਇੱਕ ਜ਼ਬਾਨੋਂ ਵੀ ਨਹੀਂ ਬੋਲ ਸਕਦੀ। ਛੋਟੇ ਛੋਟੇ ਬੱਚੇ ਨੇ, ਉਹ ਵੀ ਸਾਹਮਣੇ ਪੈਂਦੇ ਨੇ, ਘਰ ਦਾ ਵੀ ਕਰਨਾ ਪੈਂਦਾ। ਪੁੱਤ ਨੇ ਮੇਰੀ ਸੇਵਾ ਕਰਨੀ ਸੀ, ਮੈਂ ਪੁੱਤ ਨੂੰ ਬਾਹਰ ਅੰਦਰ ਮੈਂ ਹੀ ਖੜਨੀ ਆ, ਹੋਰ ਕੋਈ ਹੈ ਨਹੀਂ ਖੜਨ ਵਾਲਾ, ਨਾ ਕੋਈ ਸਾਧਨ ਆ, ਨਾ ਕੋਈ ਕੁਛ ਆ। ਤੁਹਾਡੀ ਮਿਹਰ, ਤੁਹਾਡੀ ਕਿਰਪਾ ਬੜੀ ਆ। ਪਰ ਮਾਤਾ ਜੀ, ਕਿਤੇ ਮਨ 'ਚ ਦੁੱਖ ਨਹੀਂ ਲੱਗਦਾ ਪ੍ਰਮਾਤਮਾ ਗਾੜੀ, ਕਿਉਂਕਿ ਇੱਕੋ ਪੁੱਤ ਰੱਬ ਨੇ ਦਿੱਤਾ ਤੇ ਉਹ ਵੀ ਜਿਹੜਾ ਹੁਣ ਬਾਜ਼ਾਰ ਤੋਂ ਹੋ ਗਿਆ ਵਾ, ਜਿਹਨੂੰ ਅੱਖਾਂ ਤੋਂ ਨਹੀਂ ਦਿਖਾਈ ਦੇ ਰਿਹਾ, ਕਿਤੇ ਕਿਤੇ ਮਨ 'ਚ ਦੁੱਖ ਵੀ ਹੁੰਦਾ ਚੀਜ਼ ਲੈ ਕੇ? ਬੜਾ ਦੁੱਖ ਵਾ ਜੀ, ਸਾਨੂੰ ਤੇ ਬਹੁਤ ਜ਼ਿਆਦਾ ਦੁੱਖ ਵਾ। ਜਦੋਂ ਬਈਦਾ ਇਹੋ ਹੀ ਝੁੱਡੀਦਾ ਵਾ, ਮਹਾਰਾਜ ਇਹਨੂੰ ਰੋਸ਼ਨੀ ਦੇ, ਆਪਣੀ ਕਮਾਈ ਕਰੇ, ਆਪਣੇ ਬੱਚੇ ਸਾਂਭੇ, ਸਾਨੂੰ ਵੀ ਕਮਾ ਕੇ ਖਵਾਲੇ। ਹੁਣ ਕੀ ਕੀਤਾ ਜਾਵੇ? ਬੱਚੇ ਨੇ ਉਹ ਵੀ ਰੋਂਦੇ ਨੇ, ਚਾਹ ਦੇ ਘੁੱਟ ਤੋਂ ਵੀ ਰੋਂਦੇ ਆ, ਦੁੱਧ ਦੇ ਘੁੱਟ ਤੋਂ ਵੀ ਰੋਂਦੇ ਨੇ, ਕੀ ਕਰੀਏ? ਕੋਈ ਸੁਣਦਾ ਨਹੀਂ, ਕੋਈ ਗਿਣਦਾ ਨਹੀਂ, ਕੋਈ ਸਾਡੀ ਕੋਈ ਪੁੱਛਣ ਨਹੀਂ ਲੱਗੇ, ਕੋਈ ਕੁਛ ਨਹੀਂ। ਬੜੀ ਤੰਗੀ ਆ ਘਰ ਦੇ ਵਿੱਚ। ਸਰਕਾਰਾਂ ਤੇ ਕੋਈ ਕਹਿ ਰਹੀਆਂ ਨੇ ਵੀ ਅਸੀਂ ਗਰੀਬਾਂ ਦੇ ਨਾਲ ਆ, ਗਰੀਬਾਂ ਦੀ ਮਦਦ ਕਰਦੇ ਆ, ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਜਿਹੜੀ ਹੁਣ ਤੇ 1500 ਕੈਪਟਨ ਸਾਹਿਬ ਨੇ 1500 ਪੈਨਸ਼ਨ ਕਰ ਦਿੱਤੀ ਹੈ, ਤੁਹਾਨੂੰ ਹਜੇ ਤੱਕ ਕਿਉਂ ਨਹੀਂ ਮਿਲੀ ਹੈ ਜੀ? ਹੁਣ ਕੈਪਟਨ ਸਾਹਿਬ ਨੇ ਪੈਨਸ਼ਨ ਜਿਹੜੀ ਪੈਨਸ਼ਨ ਆ ਉਹ ਜਿਹੜੀ 1500 ਕਰ ਦਿੱਤੀ ਆ, ਤੁਹਾਨੂੰ ਹਜੇ ਤੱਕ ਕਿਉਂ ਨਹੀਂ ਮਿਲੀ? ਸਾਨੂੰ ਮਿਲੀ ਨਹੀਂ ਪੈਨਸ਼ਨ ਅਜੇ ਤੱਕ, ਨਾ ਸਾਡੀ ਲੱਗੀ ਆ। ਪਤਾ ਨਹੀਂ ਕੀ ਚੱਕਰ ਆ। ਜੇ ਸਾਡੀ ਪੈਨਸ਼ਨ ਵੀ ਲੱਗੇ ਤੇ ਤਾਂ ਗੱਲ ਹੈ, ਚਲੋ ਮਾੜਾ ਮੋਟਾ ਰੋਟੀ ਦਾ ਕੋਈ ਗੁਜ਼ਾਰਾ ਹੋਵੇ। ਕੀ ਕਰੀਏ ਫਿਰ? ਹੁਣ ਕੋਈ ਸਾਨੂੰ ਗੱਲ ਨਹੀਂ ਗਈ। ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋ, ਸਰਕਾਰਾਂ ਕੋ? ਹਾਂਜੀ, ਕੀ ਮੰਗ ਕਰਦੇ ਹੋ? ਮੰਗ ਸਾਡੇ ਪੁੱਤ ਦੀਆਂ ਅੱਖਾਂ ਠੀਕ ਹੋ ਜਾਣ। ਅਸੀਂ ਕੋਈ ਹੋਰ ਨਹੀਂ ਮੰਗਦੇ, ਰੱਬ ਰੋਸ਼ਨੀ ਦੇ ਦੇਵੇ ਤੇ ਸਭ ਕੁਝ ਵਿੱਚ ਹੀ ਆ ਜਾਂਦਾ। ਆਪਣੇ ਬੱਚੇ ਸਾਂਭੇ, ਸਾਨੂੰ ਵੀ ਕਮਾ ਕੇ ਖਵਾਏ। ਬਹੁਤ ਧੰਨਵਾਦ। ਤੁਸੀਂ ਦੇਖਿਆ ਵੀ ਇਹ ਜਿਹੜੀ ਮਾਂ ਵਾ, ਇਹਦਾ ਜਿਹੜਾ ਦਿਲ ਕਿੰਨਾ ਜਿਹੜਾ ਭਰਿਆ ਆਇਆ ਵਾ, ਕਿਉਂਕਿ ਮਾਂ ਵਾਸਤੇ ਬੜੀ ਦੁੱਖ ਦੀ ਗੱਲ ਹੁੰਦੀ ਆ। ਉਸ ਦਾ ਜਿਹੜਾ ਜਵਾਨ ਪੁੱਤ ਆ, ਅੱਜ ਜਿਹੜਾ ਚੰਗਾ ਭਲਾ ਕੰਮ ਕਰਦਾ ਸੀ, ਅੱਜ ਜਿਹੜੀ ਅੱਖਾਂ ਦੀ ਰੋਸ਼ਨੀ ਜਾਣ ਕਰਕੇ ਜਿਹੜਾ ਬਾਜ਼ਾਰ ਤੋਂ ਹੋ ਗਿਆ ਵਾ, ਅਤੇ ਮਾਂ ਦਾ ਕਹਿਣਾ ਵੀ ਜਿਹੜਾ ਉਸਨੇ ਮੈਨੂੰ ਸੁੱਖ ਦੇਣਾ ਸੀ, ਅੱਜ ਜਿਹੜੀ ਆ ਖੁਦ ਉਸ ਦੀ ਜਿਹੜੀ ਆ ਮਦਦ ਕਰ ਰਹੀ ਆ। ਤੇ ਸਾਡੀ ਦਰਸ਼ਕਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਤਾਂ ਜੋ ਕਿ ਘਰ ਦੇ ਹਾਲਾਤ ਚੰਗੇ ਹੋ ਸਕੇ। ਤੁਸੀਂ ਦੇਖਿਆ ਵੀ ਉਸਦੀ ਜਿਹੜੀ ਆ ਜੀਵਨ ਸਾਥੀ ਜਿਹੜੀ ਪਤਨੀ ਆ, ਉਹ ਵੀ ਬਾਜ਼ਾਰਾਂ ਤੇ, ਇੱਕ ਤਾਂ ਉਹਨੂੰ ਪੋਲੀਓ ਹੋਇਆ ਤੇ ਇੱਕ ਜਿਹੜੀ ਆ ਉਹ ਗੂੰਗੀ ਆ, ਬੋਲ ਵੀ ਨਹੀਂ ਸਕਦੀ, ਠੀਕ ਹੈ। ਤੇ ਘਰ ਦੇ ਤੁਸੀਂ ਹਾਲਾਤ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੇ ਬਦ ਤੋਂ ਬੱਤਰ ਹਾਲਾਤ ਨੇ, ਅਤੇ ਉਹਨਾਂ ਦਾ ਜਿਹੜਾ ਬਿਜਲੀ ਦਾ ਬਿੱਲ ਆ 19000 ਰੁਪਏ ਜਿਹੜਾ ਬਿਜਲੀ ਦਾ ਬਿੱਲ ਆਇਆ ਵਾ। ਸਾਡੀ ਵੀ ਸਰਕਾਰਾਂ ਨੂੰ ਮੰਗ ਆ ਵੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ। ਜਿੱਥੇ ਸਰਕਾਰ ਦਾਅਵੇ ਕਰ ਰਹੀ ਆ ਵੀ ਅਸੀਂ ਗਰੀਬਾਂ ਦੇ ਜਿਹੜੇ ਬਿੱਲ ਮਾਫ ਕੀਤੇ ਨੇ, ਇਹਨਾਂ ਪਰਿਵਾਰਾਂ ਵੱਲ ਵੀ ਧਿਆਨ ਦਿੱਤਾ ਜਾਵੇ। ਕੀ ਗੱਲ ਇਹ ਗਰੀਬ ਪਰਿਵਾਰ ਨਹੀਂ ਲੱਗਦਾ? ਇੱਕ ਤਾਂ ਬਹੁਤ ਸ਼ਾਹੂਕਾਰ ਪਰਿਵਾਰ ਆ ਜਿਨ੍ਹਾਂ ਦੇ ਜਿਹੜੇ ਬਿੱਲ ਮਾਫ ਨਹੀਂ ਕੀਤੇ ਜਾ ਰਹੇ। ਸਾਡੀ ਸਰਕਾਰਾਂ ਨੂੰ ਮੰਗ ਆ ਵੀ ਵੱਧ ਤੋਂ ਵੱਧ ਇਹਨਾਂ ਪਰਿਵਾਰ ਦਾ ਜਿਹੜੀ ਆ ਉਹ ਮਦਦ ਕੀਤੀ ਜਾਵੇ। ਤੇ ਹੁਣ ਗੱਲਬਾਤ ਕਰਾਂਗੇ ਉਹਨਾਂ ਜਿਹੜੇ ਪਿੰਡ ਦੇ ਇੱਕ ਨੌਜਵਾਨ ਜਿਹੜੇ ਗਵਾਂਢੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ, ਉਹਨਾਂ ਨੂੰ ਪੁੱਛਦੇ ਇਸ ਪਰਿਵਾਰ ਦੇ ਸਾਰੇ ਹਾਲਾਤ। ਨੌਜਵਾਨ ਸਾਡੇ ਨਾਲ ਨੇ, ਕੀ ਕਹਿਣਾ ਚਾਹੋਗੇ? ਰਾਣਾ ਜੀ, ਅਸੀਂ ਦੇਖ ਰਹੇ ਹਾਂ ਘਰ ਦੇ ਹਾਲਾਤ ਬਹੁਤ ਮਾੜੇ ਨੇ ਇਸ ਪਰਿਵਾਰ ਦੇ। ਜਿਹੜਾ ਘਰ ਦਾ ਮੇਨ ਮੁਖੀਆ ਸੀ ਜਿਹੜਾ ਸਤਨਾਮ ਸਿੰਘ ਭਾਈ, ਉਹ ਜਿਹੜਾ ਬਾਜ਼ਾਰ ਤੋਂ ਹੋ ਗਿਆ, ਕਮਾਉਣ ਤੋਂ ਜਿਹੜਾ ਸਮਰਥ ਹੋ ਗਿਆ ਵਾ, ਤੇ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ? ਤੁਸੀਂ ਤੇ ਲੱਗਦੇ ਪਿੰਡ ਦੇ ਜੋ, ਕੀ ਹਾਲਾਤ ਕੀ ਦੇਖੇ ਇਹਨਾਂ ਦੀ? ਵੇਖੋ ਜੀ, ਜਦੋਂ ਮੈਂ ਇਹ ਘਰ ਵੇਖਿਆ ਸਤਨਾਮ ਸਿੰਘ ਨੂੰ, ਬਹੁਤ ਤਰਸਯੋਗ ਹਾਲਤ ਸੀ। ਬਾਕੀ ਇਹ ਵੀ ਇਹ ਮੁਖੀ ਹੀ ਘਰ ਦਾ, ਇਹੋ ਕਮਾਉਂਦਾ ਸੀ, ਲਿਆ ਕੇ ਬੱਚਿਆਂ ਨੂੰ ਦਿੰਦਾ ਸੀ, ਰੋਟੀ ਪਾਣੀ ਚੱਲਦਾ ਸੀ। ਜਦੋਂ ਮੇਨ ਬੰਦਾ ਹੀ ਘਰੋਂ ਇੱਕ ਬੇਵੱਸ ਜਾਂ ਕੁਦਰਤੀ ਆਫਤ ਕਹਿ ਦਈਏ, ਕੁਦਰਤੀ ਕਰੋਪੀ ਕਹਿ ਦਈਏ ਵੀ ਅੱਖਾਂ ਦੀ ਰੋਸ਼ਨੀ ਚਲ ਗਈ ਆ, ਕਮਾਉਣ ਖੁਣੋਂ ਵੀ
ਕਮਾਉਂਦਾ ਸੀ, ਲਿਆਉਂਦਾ ਸੀ, ਪਰਿਵਾਰ ਨੂੰ ਖਵਾਉਂਦਾ ਸੀ। ਦਾਨੀ ਸੱਜਣਾਂ ਵੱਲੋਂ ਤੇ ਜਾਂ ਸਰਕਾਰ ਵੱਲੋਂ ਇਹੋ ਮੰਗ ਕਰਦੇ ਆ, ਇਹ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਜੋ ਕਿ ਇਹਦੀਆਂ ਅੱਖਾਂ ਬਣ ਜਾਣ, ਆਪਣੀ ਕਮਾਈ ਕਰੇ ਤੇ ਆਪਣੇ ਪਰਿਵਾਰ ਨੂੰ ਕਮਾ ਕੇ ਰੋਟੀ ਖਵਾ ਸਕੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਸੇ ਗੱਲਬਾਤ ਕੀਤੀ ਜਿਹੜੇ ਕਿ ਪਿੰਡ ਦੇ ਜਿਹੜੇ ਨੌਜਵਾਨ ਨੇ, ਤੁਸੀਂ ਦੇਖਿਆ ਵੀ ਇਹਨਾਂ ਨੇ ਸਾਰੇ ਘਰ ਦੇ ਹਾਲਾਤ ਦੱਸੇ ਨੇ ਇਸ ਪਰਿਵਾਰ ਦੇ, ਵੀ ਕਿਸ ਤਰ੍ਹਾਂ ਇਸ ਪਰਿਵਾਰ ਦੇ ਹਾਲਾਤ ਨੇ। ਘਰ ਦਾ ਜਿਹੜਾ ਮੇਨ ਮੁਖੀ ਆ ਭਾਈ ਸਤਨਾਮ ਸਿੰਘ, ਜਿਹੜੇ ਕਿ ਅੱਖਾਂ ਦੀ ਰੋਸ਼ਨੀ ਜਿਹੜੀ ਆ, ਪਹਿਲਾਂ ਇੱਕ ਅੱਖ ਦੀ ਰੋਸ਼ਨੀ ਗਈ, ਉਸ ਤੋਂ ਬਾਅਦ ਦੂਸਰੀ ਅੱਖ ਦੀ ਰੋਸ਼ਨੀ ਚਲ ਗਈ ਆ, ਹੁਣ ਜਿਹੜਾ ਬਿਲਕੁਲ ਜਿਹੜਾ ਦਿਖਾਈ ਨਹੀਂ ਦੇ ਰਿਹਾ। ਤੇ ਉਸ ਦੀ ਜਿਹੜੀ ਜੀਵਨ ਸਾਥੀ ਆ ਉਸ ਨੂੰ ਜਿਹੜਾ ਪੋਲੀਓ ਹੋਇਆ ਵਾ, ਅਤੇ ਨਾਲ ਜਿਹੜੀ ਉਹ ਗੂੰਗੀ ਹੈ, ਜਿਹੜੀ ਉਹ ਬੋਲ ਨਹੀਂ ਸਕਦੀ। ਕਿ ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਤਾਂ ਜੋ ਕਿ ਇਸ ਪਰਿਵਾਰ ਦੇ ਹਾਲਾਤ ਚੰਗੇ ਹੋ ਸਕਣ ਅਤੇ ਜਿਹੜੀ ਰੋਟੀ ਜਿਹੜੀ ਆ ਉਹ ਚੰਗੀ ਹੋ ਸਕੇ। ਕਿਉਂਕਿ ਭਾਈ ਸਤਨਾਮ ਸਿੰਘ ਜਿਹੜਾ ਕਿ ਗੁਰੂ ਦਾ ਸਿੰਘ ਆ, ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਉਹ ਸ਼ਬਦ ਬੋਲਦਾ ਗੁਰਦੁਆਰਾ ਸਾਹਿਬ ਜਾ ਕੇ, ਅਤੇ ਜੋ 2-4 ਜਿਹੜੇ ਪੈਸੇ ਇਕੱਠੇ ਹੁੰਦੇ ਨੇ ਉਸ ਦੇ ਜਿਹੜੇ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਵਾ। ਅਤੇ ਉੱਥੇ ਗੱਲ ਕਰੀਏ ਸਰਕਾਰਾਂ ਦੀ, ਸਰਕਾਰਾਂ ਜਿੱਥੇ ਦਾਅਵੇ ਕਰਦੀਆਂ ਨੇ ਵੀ ਅਸੀਂ ਗਰੀਬਾਂ ਨੂੰ ਜਿਹੜੇ ਆ 300 ਯੂਨਿਟ ਮਾਫ ਕੀਤੇ ਗਏ ਨੇ, ਪਰ ਇਸ ਪਰਿਵਾਰ ਦੇ ਅਸੀਂ ਦੇਖ ਰਹੇ ਹਾਂ ਵੀ ਕਿਸ ਹਾਲਾਤ ਨੇ। ਕੀ ਗੱਲ ਸਰਕਾਰ ਨੂੰ ਲੱਗਦਾ ਨਹੀਂ ਵੀ ਇਹ ਗਰੀਬ ਨੇ? ਅੱਜ ਵੀ ਜਿਹੜਾ 19,000 ਰੁਪਇਆ ਜਿਹੜਾ 580 ਰੁਪਏ ਕੁਛ ਜਿਹੜਾ ਬਿੱਲ ਆਇਆ ਵਾ, ਸਾਡੀ ਸਰਕਾਰਾਂ ਨੂੰ ਮੰਗ ਹੈ ਵੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਅਤੇ ਤਾਂ ਜੋ ਕਿ ਹਾਲਾਤ ਚੰਗੇ ਹੋ ਸਕਣ ਅਤੇ ਉਹਨਾਂ ਦਾ ਬਿੱਲ ਮਾਫ ਕੀਤਾ ਜਾਵੇ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।